ਐਵੇਂ ਜਿਹਨੇ ਜਿਹੜੀ ਗੱਲ ਕਹਿਤੀ, ਕਿਤੇ ਵੀ ਕੋਈ ਗੱਲ ਆ ਜਾਂਦੀ ਆਪਾਂ ਉੱਥੇ ਹੀ ਮੰਨ ਲੈਂਦੇ। ਕੋਈ ਗੱਲ ਅਖਬਾਰ 'ਚ ਆ ਗਈ ਤਾਂ ਮੰਨ ਲੈਣੀ, ਮੈਗਜ਼ੀਨ 'ਚ ਆ ਗਈ ਤਾਂ ਮੰਨ ਲੈਣੀ, ਕੋਈ ਉੜਦੀ ਗੱਲ ਆਪਣੇ ਕੋਲ ਆ ਗਈ ਤਾਂ ਆਪਾਂ ਮੰਨ ਲੈਣੀ। ਇਹ ਨਹੀਂ ਕਰਨਾ। ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ, ਅਖਬਾਰ ਤੇ ਯਕੀਨ ਨਹੀਂ ਕਰਨਾ, ਮਹਾਰਾਜ ਜੀ ਦੀ ਪੰਕਤੀ ਤੇ ਯਕੀਨ ਕਰਨਾ ਜੇ ਸਿੱਖ ਆਪਾਂ। ਆਓ ਸਤਿਗੁਰੂ ਕਹਿੰਦੇ ਕਲਯੁਗ ਦੇ ਜਿਸ ਸਮੇਂ ਵਿੱਚ ਬੈਠੇ ਆਪਾਂ, ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਲਯੁਗ ਦਾ ਕੀ ਵਰਤਾਰਾ ਹੈ। ਦੁਨੀ ਚੰਦ ਧੁੱਪੜ ਨੇ ਪੁੱਛਿਆ, ਕਈਆਂ ਨੇ ਪੁੱਛਿਆ, ਮਹਾਰਾਜ ਸਾਰਿਆਂ ਨੂੰ ਦੱਸ ਰਹੇ। ਸ਼ਲੋਕ ਮਹੱਲਾ ਪਹਿਲਾ 11ਵਾਂ ਸ਼ਲੋਕ ਪ੍ਰਾਰੰਭ ਹੈ। ਸੱਚ ਕਾਲ। ਮਹਾਰਾਜ ਕਹਿੰਦੇ ਸੱਚ ਦਾ ਤਾਂ ਕਾਲ ਹੀ ਪੈ ਗਿਆ। ਕਾਲ ਮਤਲਬ ਸੋਕਾ ਪੈ ਗਿਆ। ਕਾਲ ਮਤਲਬ ਕਿ ਜਦੋਂ ਕਾਲ ਪੈਂਦਾ ਦੁਨੀਆ 'ਚ, ਉਹ ਪਰੇ ਗੁਜਰਾਤ ਵੱਲ ਦੇਖਦੇ ਹਾਂ ਆਪਾਂ ਜਾਂ ਹੋਰ ਅਫਰੀਕਾ ਵਿੱਚ ਮੀਂਹ ਪੈਣੋਂ ਬੰਦ ਹੋ ਗਏ, ਧਰਤੀ ਪਾਟ ਗਈ, ਡੰਗਰ ਭੁੱਖੇ ਮਰਨ ਲੱਗੇ, ਬੰਦੇ ਮਰਨ ਲੱਗੇ, ਕਣਕ ਘਾਹ ਫੂਸ ਪਾਣੀ ਸਭ ਕੁਝ ਖਤਮ ਹੋ ਕੇ ਜਦੋਂ ਦੁਨੀਆ ਤੇ ਕਾਲ ਪੈਂਦਾ ਲੋਕੀ ਮਰਨੇ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਉਹ ਲੋਕੋ ਸੱਚ ਦਾ ਕਾਲ ਪੈ ਗਿਆ। ਕਲਯੁਗ ਦੇ ਵਿੱਚ ਕੋਈ ਬੰਦਾ ਸੱਚ ਬੋਲਦਾ ਹੀ ਨਹੀਂ, ਸੱਚ ਬੋਲਣ ਵਾਲਾ ਮਿਲਦਾ ਹੀ ਨਹੀਂ ਹੈ। ਕੀ ਵਰਤ ਗਿਆ ਮਹਾਰਾਜ? ਕੂੜ ਵਰਤਿਆ। ਮਹਾਰਾਜ ਕਹਿੰਦੇ ਜਿੱਥੇ ਦੇਖੋ ਕੂੜ ਹੀ ਵਰਤਾਰਾ, ਕੂੜ ਹੀ ਕੂੜ, ਕੂੜ ਹੀ ਕੂੜ, ਹਰ ਪਾਸੇ ਝੂਠ ਹੀ ਝੂਠ ਹੈ। ਕੂੜ ਫਿਰਿਆ ਪ੍ਰਧਾਨ ਵੇ ਲਾਲੋ। ਮਹਾਰਾਜ ਕਹਿੰਦੇ ਜਿੱਥੇ ਦੇਖੋ ਹਰੇਕ ਬੰਦਾ ਕੂੜ ਬੋਲ ਮੁਰਦਾਰ ਖਾਏ। ਜਿੱਥੇ ਆਪਾਂ ਖੜੇ ਆ ਆਪਾਂ ਸਮਝਦੇ ਆ ਸਿੱਖਾਂ, ਮੈਂ ਰੱਬ ਦਾ ਪਿਆਰਾ। ਥਰਮਾਮੀਟਰ ਲਾ ਕੇ ਦੇਖਿਆ ਨਾ ਗੁਰੂ ਗ੍ਰੰਥ ਸਾਹਿਬ ਤੋਂ, ਮਹਾਰਾਜ ਕਹਿੰਦੇ ਇਹ ਤਾਂ ਠੀਕ ਨਹੀਂ ਹੈ, ਕਿਉਂਕਿ ਇਹ ਤਾਂ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਬੋਲ ਕੇ ਤਾਂ ਖਾਂਦੇ ਨੇ। ਜੇ ਗੁਰੂ ਨਾਨਕ ਸਾਹਿਬ ਦੇ ਰਾਹ ਨੂੰ ਅਪਣਾਉਣਾ, ਭਾਵੇਂ ਰੋਟੀ ਥੋੜੀ ਮਿਲੇ, ਕੱਪੜਾ ਥੋੜਾ ਮਿਲੇ, ਪਹਿਲਾਂ ਰਾਹ ਅਪਣਾਓ। ਪਹਿਲਾਂ ਤਾਂ ਆਪਾਂ ਰਾਹ ਹੀ ਨਹੀਂ ਅਪਣਾਇਆ ਮਹਾਰਾਜ ਜੀ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਸੱਚ ਦਾ ਤਾਂ ਕਾਲ ਹੀ ਪੈ ਗਿਆ। ਕਾਲ ਕਾਲਖ ਬੇਤਾਲ। ਕਾਲ ਹੁੰਦਾ ਕਲਯੁਗ ਦੇ ਸਮੇਂ ਵਿੱਚ ਝੂਠ ਬੋਲ ਕੇ, ਲਾਲਚ ਕਰਕੇ, ਤ੍ਰਿਸ਼ਨਾ ਦੇ ਅਧੀਨ ਹੋ ਕੇ, ਮਾਇਆ ਦੇ ਵਸ ਪੈ ਕੇ ਪਾਪਾਂ ਦੀ ਕਾਲਖ ਇੰਨੀ ਲੱਗ ਗਈ ਹੈ। ਕਾਲਖ ਇਹ ਜੀਵ ਨਹੀਂ ਲੱਗਦਾ ਹੈ। ਆ ਬੰਦੇ ਤੁਰੇ ਫਿਰਦੇ ਨੇ, ਮਹਾਰਾਜ ਕਹਿੰਦੇ ਇਹ ਮੈਨੂੰ ਬੰਦੇ ਨਹੀਂ ਨਜ਼ਰ ਆ ਰਹੇ। ਮਹਾਰਾਜ ਇਹ ਤੁਹਾਨੂੰ ਕੀ ਦਿਖਦੇ? ਕਹਿੰਦੇ ਬੇਤਾਲ। ਬੇਤਾਲ ਭੂਤ ਨੂੰ ਕਹਿੰਦੇ ਨੇ। ਕਹਿੰਦੇ ਮੈਨੂੰ ਤਾਂ ਇਹ ਭੂਤ ਨੇ ਨਜ਼ਰ ਆ ਰਹੇ ਨੇ ਸਾਰੇ। ਕਲਯੁਗ ਦੇ ਸਮੇਂ ਦੀ ਇੰਨੀ ਕਾਲਖ ਇਹਨਾਂ ਦੇ ਮਨਾਂ ਉੱਤੇ ਚਿੰਬੜ ਗਈ ਹੈ, ਮੂੰਹ ਤੇ ਕਾਲਖ ਲੱਗੀ ਪਈ ਹੈ ਕਿ ਕਲਯੁਗ ਦੇ ਜੀਵ ਮੈਨੂੰ ਤਾਂ ਸਾਰੇ ਹੀ ਭੂਤ ਨੇ ਨਜ਼ਰ ਆ ਰਹੇ। ਕਿਉਂ? ਬੀਤੇ ਸਮੇਂ ਵਿੱਚ ਸਤਿਯੁਗ ਤ੍ਰੇਤੇ ਦੁਆਪਰ ਵਿੱਚ ਬੀਓ ਬੀਜ ਪਤ ਲੈ ਗਏ। ਸਾਬਤਾ ਬੀਜ ਬੀਜਿਆ ਜਿਨ੍ਹਾਂ ਨੇ ਸਤਿਯੁਗ ਦੇ ਵਿੱਚ, ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਉਹ ਚੰਗੇ ਕਰਮ ਕਰਕੇ ਆਪਣੀ ਇੱਜ਼ਤ ਆਬਰੋ ਲੈ ਕੇ ਸੰਸਾਰ ਤੋਂ ਚਲੇ ਗਏ। ਉਹਨਾਂ ਕੋਲ ਹਰ ਚੀਜ਼ ਦੀ ਸੰਪੂਰਨਤਾ ਸੀ, ਜੀਵਨ ਪੱਖੋਂ ਪੂਰੇ ਸੀ, ਸਮੱਗਰੀ ਪੱਖੋਂ ਪੂਰੇ ਸੀ, ਮਰਿਆਦਾ ਪੱਖੋਂ ਪੂਰੇ ਸੀ, ਹਰ ਗੱਲੋਂ ਪੂਰੇ ਸਨ। ਕਲਯੁਗ ਦੇ ਵਿੱਚ ਕੀ ਹੋ ਗਿਆ? ਕੋਈ ਬੰਦਾ ਨਾ ਪੂਰਾ, ਨਾ ਕੋਈ ਕਰਨ ਵਾਲਾ, ਨਾ ਪਾਠ ਕਰਾਉਣ ਵਾਲਾ, ਨਾ ਕੋਈ ਦਾਨ ਕਰਨ ਵਾਲਾ, ਨਾ ਦਾਨ ਦੇਣ ਵਾਲਾ, ਨਾ ਦਾਨ ਲੈਣ ਵਾਲਾ। ਹਰ ਥਾਂ ਦੇ ਉੱਤੇ ਅਧੂਰਾਪਣ ਛਾ ਗਿਆ। ਅਬ ਕਿਉਂ ਉਗਵੈ ਦਾਲ। ਇਹ ਦਾਲ ਕਿਵੇਂ ਉਗੇਗੀ ਤੁਹਾਡੀ? ਸਾਬਤਾ ਬੀਜ ਤਾਂ ਉਗਦਾ ਹੈ, ਕਿਉਂਕਿ ਜਿੱਥੇ ਸਾਬਤਾ ਹੈ, ਪਾਠੀ ਚੰਗੇ ਹੋਣੇ ਚਾਹੀਦੇ ਨੇ। ਇਹ ਸਾਡੀ ਸ਼ਰਤ ਹੈ। ਪਾਠੀ ਕੇਸੀ ਇਸ਼ਨਾਨ ਕਰਕੇ ਬਹਿਣ, ਪਾਠੀ ਪਾਠ ਸ਼ੁੱਧ ਕਰਨ। ਇਹ ਪੂਰਾ ਬੀਜ ਹੈ। ਪਰ ਉਹ ਗ੍ਰਸਤੀ ਜੀ ਦੇ ਘਰ ਗਏ ਆ, ਉਹਦੇ ਫਰਿੱਜ 'ਚ ਬੋਤਲਾਂ ਪਈਆਂ, ਆਂਡੇ ਪਏ, ਮੀਟ ਪਿਆ, ਉਹ ਨਹੀਂ ਪੂਰਾ ਹੈ। ਉਹ ਦਾਲ ਹੋਇਆ ਬੈਠਾ। ਉਹਦਾ ਜੀਵਨ ਸੱਚਾ ਸੁੱਚਾ ਨਹੀਂ। ਉਹਦੇ ਪੈਸੇ ਰਿਸ਼ਵਤ ਦੇ ਨੇ, ਉਹਦੇ ਪੈਸੇ ਮਾੜੇ ਨੇ, ਹੱਕ ਦੀ ਕਮਾਈ ਨਹੀਂ ਹੈ ਉਹਦੀ। ਉਹ ਕਿੱਥੋਂ ਦਾਲ ਉਗਾ ਲੇਗਾ ਤੂੰ?
महाराज सच्चे पातशाह कहते एक पासे तू भालदा अमृत, भांडा तेरा है नहीं वधिया ते किवें तेरी दाल उग जाएगी। इस करके दुफाड़ चीज नहीं कदे उगदी, सबूती चीज पैदा हुंदी। साबित कर, पहला रास नूं साबित कर। इस करके सतगुरु महाराज सच्चे पातशाह कहंदे ने जे एक होए तां उगवै, जे एक होवे भाव हर बंदा पूरा सूरा होवे, उस दे विच मर्यादा पूरी होवे, सिंह पूरा सूरा होवे। और आपां लोग अधूरे अद्धियां दालां चुकी फिरदे हां दफाड़ां नूं, ਇਹ ਕਹਿੰਦੇ ਉਗਦੀ ਨਹੀਂ। ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਨੁਕਸ ਪੈ ਗਿਆ, ਬਾਣੀ 'ਚ ਨੁਕਸ ਪੈ ਗਿਆ, ਗੁਰਦੁਆਰੇ ਉਹ ਰਹੇ ਨਹੀਂ। ਇਹ ਦੇਖੋ ਕਿੱਡੀ ਚਲਾਕੀ ਦੀ ਗੱਲ ਕਰਦੇ ਨੇ। ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਉਹ ਰਿਹਾ, ਅਸੀਂ ਬੰਦੇ ਗੰਦੇ ਹੋ ਗਏ ਆ, ਸਾਡੇ ਜੀਵਨ ਮਾੜੇ ਹੋ ਗਏ। ਉਹ ਕਹਿੰਦਾ ਗੁਰਦੁਆਰਾ ਹੀ ਠੀਕ ਨਹੀਂ, ਉਲਟਾ ਨੁਕਸ ਕੱਢਦਾ। ਆਓ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ, ਜੇ ਇੱਕ ਹੋਵੇ ਮਰਿਆਦਾ, ਜੇ ਇੱਕ ਹੋਵੇ ਅੰਦਰੋਂ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਰੁੱਤੀ ਹੋ ਰੁੱਤ ਹੋਏ, ਫਿਰ ਰੁੱਤਾਂ ਵਿੱਚੋਂ ਬੀਜ ਨੂੰ ਉਗਾਉਣ ਵਾਲੀ ਰੁੱਤ ਹੋਵੇ। ਸੀਜ਼ਨ ਚੱਲ ਰਿਹਾ ਝੋਨੇ ਦਾ, ਬੀਜ ਰਿਹਾ ਕਣਕ। ਮਹਾਰਾਜ ਕਹਿੰਦੇ ਹੁਣ ਕਣਕ ਦਾ ਮੌਸਮ ਨਹੀਂ ਹੈ। ਇਸੇ ਪ੍ਰਕਾਰ ਕਲਯੁਗ ਦਾ ਸਮਾਂ ਹੈ। ਹੁਣ ਜਿਹੜਾ ਸਮਾਂ ਹੈ सतयुग सत, तेता जगी, द्वापर पूजा चार, तीनों युग तीनों दड़े, कल केवल नाम आधार। अब रुत नाम रे, अब कलू आयो रे, एक नाम बोहो बोहो, अन रुत नाही नाही, मत भरम भूलो भूलो। महाराज कहने ਉਹ ਜਿਹੜੀ ਰੁੱਤ ਹੈ ਹੁਣ ਤੋਂ ਉਹ ਕੰਮ ਨਹੀਂ ਕਰਦਾ ਹੈ, ਹੁਣ ਤੂੰ ਉਹ ਪੁਰਾਣੀਆਂ ਰੁੱਤਾਂ ਵਾਲੇ ਕੰਮ ਕਰੀ ਫਿਰਦਾ ਹੈ। ਚੁੱਕ ਲਿਆ ਮੈਂ ਜੱਗ ਕਰਨਾ, ਮੈਂ ਦਾਨ ਕਰਨਾ ਹੈ, ਮੈਂ ਪੁੰਨ ਕਰਨਾ ਹੈ। ਮਹਾਰਾਜ ਕਹਿੰਦੇ ਉਹ ਤਾਂ ਉਹੀ ਰੁੱਤ ਸੀ, ਫਿਰ ਉਸ ਜਨਮ ਲੈਂਦਾ। ਜਿਹਾ ਜਿਹਾ ਮੌਕਾ ਹੋਵੇ ਉਹ ਜਿਹਾ ਵਰਤਣਾ ਚਾਹੀਦਾ। ਹੁਣ ਕਲਯੁਗ ਦੇ ਸਮੇਂ ਵਿੱਚ ਇੱਕੋ ਹੀ ਚੀਜ਼ ਹੈ ਨਾਮ। ਇਸ ਕਰਕੇ ਨਾਮ ਹੀ ਸਾਰਿਆਂ ਨਾਲੋਂ ਸਾਬਤ ਬੀਜ ਹੈ ਜਿਹੜਾ ਉੱਗੇਗਾ। ਬਾਕੀ ਦੀਆਂ ਚੀਜ਼ਾਂ ਦਫਾੜ ਹੋ ਗਈਆਂ, ਉੱਗ ਨਹੀਂ ਸਕਦੀਆਂ, ਕਿਉਂਕਿ ਉਨੀ ਮਰਿਆਦਾ ਆਪਾਂ ਰੱਖ ਨਹੀਂ ਸਕਦੇ ਜਿੰਨੀ ਮਰਿਆਦਾ ਦੱਸੀ ਆ ਨਾ। ਇਹ ਤਾਂ ਬਹੁਤ ਸਿੱਖਣੀ ਪੈਂਦੀ ਹੈ ਮਰਿਆਦਾ ਨੂੰ। ਆਪਾਂ ਕਹਿੰਦੇ ਮਰਿਆਦਾ, ਹਾਲੇ ਤੱਕ ਅਸੀਂ ਮਰਿਆਦਾ ਹੀ ਸਿੱਖੀ ਜਾਂਦੇ ਹਾਂ। ਇੰਨੇ ਸਾਲ ਹੋ ਗਏ ਮੈਨੂੰ ਇਸ 'ਚ ਪ੍ਰਵੇਸ਼ ਹੋਏ ਨੂੰ, ਹਾਲੇ ਤੱਕ ਵੀ ਮਰਿਆਦਾ ਮੈਂ ਸਿੱਖ ਰਿਹਾ ਵੀ ਆਹ ਕਿੱਦਾਂ, ਆਹ ਕਿਵੇਂ। ਹਾਲੇ ਤੱਕ ਮੈਨੂੰ ਕਈ ਗੱਲਾਂ ਦਾ ਨਹੀਂ ਪਤਾ ਲੱਗਿਆ, ਉਹ ਗਾਂਹ ਜਾ ਕੇ ਮੈਨੂੰ ਪੁੱਛਣੀਆਂ ਪੈਂਦੀਆਂ ਆਹ ਮਰਿਆਦਾ ਕਿਵੇਂ ਆ। ਫਿਰ ਬੜੇ ਹੈਰਾਨ ਹੋਈ ਦਮੀ ਹੈ ਤਾਂ ਮਰਿਆਦਾ ਅੱਗੇ ਤੋਂ ਅੱਗੇ ਮਰਿਆਦਾ ਪਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਮਰਿਆਦਾ ਨੂੰ ਕੋਈ ਸਿੱਖੇ ਤਾਂ ਉਹਨੂੰ ਮਰਿਆਦਾ ਆਵੇ। ਨਾਨਕ ਬਾਹੈ ਬਾਹਰਾ ਕੋਰਾ ਰੰਗ ਨਾ ਸੋਏ। ਮਹਾਰਾਜ ਕਹਿੰਦੇ ਜੋ ਇੱਕ ਹੁੰਦੀ ਕੋਰਾ ਕੱਪੜਾ ਹੈ ਉਹਨੂੰ ਧੋਂਦੇ ਨੇ, ਪਾਹ ਹੁੰਦੀ ਫਟਕੜੀ ਦੀ ਪਾਹ ਦੇਣੀ। ਜਦ ਤੱਕ ਉਹ ਫਟਕੜੀ ਦੀ ਪਾਹ ਨਹੀਂ ਦਿੰਦੇ ਉਦੋਂ ਤੱਕ ਉਹ ਰੰਗ ਚੜ੍ਹਦਾ ਹੀ ਨਹੀਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦ ਤੱਕ ਸਾਧ ਸੰਗਤ ਰੂਪੀ ਭੱਠੀ 'ਚ ਨਹੀਂ ਪਾਉਂਦਾ ਆਪਣੇ ਆਪ ਨੂੰ, ਜਦੋਂ ਤੱਕ ਡਰ ਨਹੀਂ ਧਾਰਨ ਕਰਦਾ, ਜਦੋਂ ਤੱਕ ਭਗਤੀ ਦਾ ਰੰਗ ਨਹੀਂ ਚੜ੍ਹਦਾ, ਨਾਮ ਦਾ ਜਲ। ਇਸ ਪ੍ਰਕਾਰ ਕਹਿੰਦੇ ਨੇ ਭੈ ਵਿੱਚ ਖੁੰਬ ਚੜਾਈ ਹੈ। ਖੁੰਬ ਦੇ ਉੱਤੇ ਕੱਪੜੇ ਨੂੰ ਚੜਾਇਆ ਜਾਂਦਾ। ਇਸ ਪ੍ਰਕਾਰ ਕਹਿੰਦੇ ਤੂੰ ਮਨ ਨੂੰ ਖੁੰਬ ਤੇ ਚੜਾ ਕਿਹੜੇ ਤੀ, ਜਿਹੜਾ ਰੱਬ ਦਾ ਡਰ ਰੱਖ ਮਨ ਦੇ ਅੰਦਰ। ਬਹੁਤ ਡਰ ਕੇ ਰਹਿਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤਾਂ ਇੰਨਾ ਡਰਦਾ ਪਰਮਾਤਮਾ ਤੋਂ, ਕਹਿੰਦੇ ਮੇਰੇ ਸਰੀਰ 'ਚੋਂ ਉਹਦੇ ਡਰ ਦਾ ਧੂੰਆਂ ਨਿਕਲਦਾ। ਤਾਂ ਆਪਾਂ ਡਰਦੇ ਹੀ ਨਹੀਂ ਗੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਡਰਦਾ ਨਹੀਂ ਉਹਨੂੰ ਪ੍ਰੇਮ ਨਹੀਂ ਪੈਦਾ ਹੋ ਸਕਦਾ। ਮਨ ਦੇ ਅੰਦਰ ਵਾਹਿਗੁਰੂ ਦਾ ਡਰ ਧਾਰਨ ਕਰਨਾ। ਭੈ ਵਿੱਚ ਖੁੰਬ ਚੜਾਈ ਹੈ। ਫਿਰ ਉਹਨੂੰ ਕਹਿੰਦੇ ਨੇ ਸਰੀਰ ਦੇ ਉੱਤੇ ਪਾਹ ਚੜ੍ਹਦੀ ਕਾਹਦੀ, ਸ਼ਰਮ ਪਾਹੋ ਤਨ ਹੋਏ। ਇਹ ਪ੍ਰਸੰਗ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜ਼ਿਆਦਾ ਜਿੱਥੇ ਵੀ ਸ਼ਰਮ ਅੱਖਰ ਆ ਜਾਂਦਾ ਹੈ ਨਾ ਉੱਥੇ ਲੱਜਾ ਦਾ ਵਾਚਕ ਹੈ। ਮਾੜੇ ਕਰਮਾਂ ਤੋਂ ਸ਼ਰਮ ਕਰਨੀ, ਸ਼ਰਮ ਪਾਣੀ ਤਨ ਖੇਤ। ਉਹ ਠੀਕ ਆ, ਅੱਜ ਦੇ ਵਿਦਵਾਨਾਂ ਨੇ ਉੱਥੇ ਵੀ ਸ਼ਰਮ ਦਾ ਅਰਥ ਸ਼ਰਮ ਮਿਹਨਤ ਨੂੰ ਲੈ ਲਿਆ। ਇੱਥੇ ਸ਼ਰਮ ਪਾਹੋ ਤਨ ਹੋਏ।
महाराज कहते माड़े कम्मां तो शरीर नूं बचा के रखना, कुरैतां तो बचा के रखना, फुक्का हजामत हलालो हराम तो बचा के रखना। मजाल है कि माड़े राह भी लंघ जाण गुरमुख बड़े ध्यान नाल अपने सुचज्जे जीवन नूं लैके जांदे ने। लालच करके नहीं चीज खानी, पहला धर्म की मर्यादा नूं देखना। सिंह भुखे मर गए पर उन्होंने लालच नहीं किया। इस करके सतगुरु महाराज सच्चे पातशाह कहते ने नानक भगती जे रपै, जे भगती दे इउं रंग विच रंगिया जावे अपने आप नूं संगत विच लिया के बिठाओ, सतगुरु का उपदेश सुनो, भै रूपी खुंब ते चढ़ाओ, शर्म करो शर्म माड़े कम्मां तो। जे इउं भगती विच रंगिया जावे कूड़ा सोए ना कोई, फिर उस दी किते कंसो नहीं सुनी जाती कूड़ दी, फिर उन्होंने कूड़ दी कंसो लगती भी नहीं। जे भगती विच सचमुच रंगिया जावे इलाज इहदा कोई नहीं। जिवें तुसीं कहो कि यह तो सुन के बहुत औखा लगता, कलयुग विच औखा ही लगता है सारा कुछ जो सुनते हैं गुरबाणी विच। फिर गुरु नानक देव जी वाली एक तुक फड़ लो, वो तुक दे उत्ते ही चले जाओ। महाराज गुरु नानक देव जी कहते बाबा मूर्ख हाँ नावै बल जाओ। मैं मूर्ख हाँ बाबा, मैनू नहीं कुछ आउंदा। कहने तुहानू की आउंदा? बाबा मैं तो मूर्ख हाँ, ना मैं पढ़िया लिखिया, ना मैं जग तप दान सुच पूजा संजम। बाबा मेरे कोलों कुछ नहीं हुंदा। कहने बाबा फिर तेरे कोलों हुंदा की है? कहने मैं तो बाबा एको ही गल जानदा, वाहे गुरु वाहे गुरु वाहे गुरु वाहे गुरु वाहे गुरु वाहे गुरु। आसा दी वार दा कि कूड़ जिहड़ा है वरत गया सारे किते, सच दा तां सोका ही पै गया, सच तां दिखदा ही नहीं। सारियां थावां जिहड़ियां ने ओह कलयुग करके जीव कालख दे भरे होए भूतनियां दी न्याई लग रहे ने। संपूर्ण मर्यादा संपूर्ण नितनेम संपूर्ण इन्हां विच कोई संपूर्णता वाली गल नहीं नजर आउंदी। महाराज कहंदे ने संपूर्ण कर्म कोई कर नहीं सकता, ये पिंगले हो गए ने, इन्हां कोल जग करन वास्ते पैसे नहीं है, इन्हां कोल दान करन नूं नहीं कुछ है। इस करके कलयुग दे विच इन्हां नूं सारिਆਂ नालों श्रोमणी नाम दी दात बख्शिश कीती है। सो आओ महाराज कहंदे ने कि उदों ही बंदे दा पता लगदा है जदों कहंदे वट्टा पा लईए तकड़ी विच, एक पासे वट्टा पाउणे 5 किलो का, एक पासे 5 किलो चीज रख लईए तां पता लगदा है कि चीज का भार किन्ना क है, तोले ही पता लगदा। आओ सतगुरु महाराज कहते कलयुग का होर वरतारा दसदे हाँ। महला पहला लब पाप दोए, राजा मेहता दोए ते ही खास कर विश्राम आउंदा, जदों भी आउंदा दिवस रात दोए, लब पाप दोए। जिथे भी दोए अखर आ गया वो लगभग दोए ते ही रुकना। लब पाप दोए, ये दोनों लब खाण दा अते एक पाप। लब करके पाप करदा है, मूँह दे स्वाद करके पाप करदा है। स्वादत जी संघारा है। कलयुग दे विच लब है, लोभ है, इन्हां करके पाप है। महाराज कहने ये लब पाप दोए कर्मवार लब राजा है, जिहड़ा खाना पीना ही मुख बन गया है, बस यही तो राजा है कलयुग दे विच। लब बुल्लां नूं भी कहंदे ने, लब थुक नूं भी कहंदे ने, ये उधर नूं ही हिसाब किताब जांदा सारा।
ਲੱਭ ਰਾਜਾ ਹੋ ਗਿਆ। ਪਾਪ ਜਿਹੜਾ ਹੈ ਇਹ ਮਹਿਤਾ। ਮਹਿਤਾ ਜੇ ਇੱਥੇ ਹੁਣ ਰਾਜਾ ਆਇਆ ਤਾਂ ਮਹਿਤਾ ਵਜ਼ੀਰ ਆਵੇਗਾ। ਵੈਸੇ ਤਾਂ ਮਹਿਤਾ ਪਟਵਾਰੀ ਨੂੰ ਕਹਿੰਦੇ ਨੇ, ਪਰ ਇੱਥੇ ਕਿਉਂਕਿ ਵਜ਼ੀਰ ਹੀ ਹੋ ਸਕਦਾ। ਮਹਾਰਾਜ ਕਹਿੰਦੇ ਕਰਮ ਬਾਰੇ ਦੁਮਨੇ ਜਾਣੇ, ਰਾਜਾ ਤੇ ਵਜ਼ੀਰ ਬਣ ਕੇ ਲੱਭ ਤੇ ਪਾਪ। ਇਹਨਾਂ ਦਾ ਚੌਧਰੀ ਕੌਣ ਰੱਖਿਆ ਹੋਇਆ ਅੱਗੇ? ਕੂੜ ਹੋਆ ਸਿੱਕਦਾਰ। ਝੂਠ ਹੈ, ਝੂਠ ਇਹਨਾਂ ਦਾ ਸਿੱਕਦਾਰ ਹੈ, ਝੂਠ ਹੀ ਚੌਧਰੀ ਹੈ। ਸਿੱਕਦਾਰ ਥਾਣੇਦਾਰ ਨੂੰ ਵੀ ਕਹਿੰਦੇ ਨੇ। ਇਹਨਾਂ ਦਾ ਥਾਣੇਦਾਰ ਅੱਗੇ ਉਹ ਝੂਠ ਹੀ ਰੱਖਿਆ ਵਾ, ਮੁੱਖ ਕੰਮ ਝੂਠ ਬੋਲਣਾ ਬਸ। ਲੱਭ ਅਤੇ ਪਾਪ ਕਰਕੇ ਇਹ ਬੰਦਾ ਝੂਠ ਬੋਲਦਾ ਹੈ। ਅਤੇ ਫਿਰ ਅੱਗੇ ਇਹਨਾਂ ਨੇ ਨਾਇਬਦਾਰ, ਚੋਬਦਾਰ ਜਿਹੜੇ ਰੱਖੇ ਹੁੰਦੇ ਨੇ। ਨੇਬ ਨਾਇਬ ਨੂੰ ਕਹਿੰਦੇ, ਨਾਇਬ ਥੋੜਾ ਜਿਹਾ ਵੱਡਾ ਹੁੰਦਾ ਹੈ। ਕਾਮ ਨੇਬ ਸੱਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਜਿਹੜੇ ਕਾਮੀ ਪੁਰਸ਼ ਨੇ ਸੰਸਾਰ ਦੇ ਅੰਦਰ, ਉਹਨਾਂ ਨੂੰ ਨਾਇਬ ਬਣਾਇਆ ਹੋਇਆ ਹੈ। ਨਾਇਬ ਬਣਾ ਕੇ ਉਹਨਾਂ ਨੂੰ ਸੱਦ ਕੇ ਸਲਾਹ ਲੈਂਦੇ ਨੇ ਕਿ ਦੱਸੋ ਜੀ ਭਗਤੀ ਕਿਵੇਂ ਕਰੀਏ, ਜਤ ਸਤ ਕਿਵੇਂ ਰੱਖੀਏ, ਕੋਈ ਸਿਆਣਪ ਦੀ ਗੱਲ ਦੱਸੋ। ਉਹਨਾਂ ਨੂੰ ਮੂਹਰੇ ਲਾਇਆ ਹੋਇਆ, ਚੋਰ ਚੱਕੇ ਚੌਧਰੀ ਬਣਾਇਆ ਹੋਇਆ। ਕਾਮ ਨੇਬ ਸੱਦ ਪੁੱਛੀ ਹੈ। ਕਾਮ ਨੂੰ ਨਾਇਬ ਬਣਾਇਆ, ਅਥਵਾ ਕਾਮੀ ਬੰਦਿਆਂ ਨੂੰ ਨਾਇਬ ਬਣਾ ਕੇ ਉਹਨਾਂ ਕੋਲੋਂ ਸਲਾਹ ਲਈ ਜਾਂਦੀ ਹੈ ਚੰਗੀ। ਉਹਨੂੰ ਮੋਢੀ ਬਣਾਇਆ ਜਾਂਦਾ, ਜਿਹਦੀ ਕੋਈ ਮਰਿਆਦਾ ਨਹੀਂ ਹੁੰਦੀ। ਜਿਹੜਾ ਬੰਦਾ ਬਹੁਤ ਗਲਤ ਕਿਸਮ ਦਾ ਹੁੰਦਾ ਹੈ, ਉਹਨੂੰ ਧਾਰਮਿਕ ਸਥਾਨ ਦਾ ਪ੍ਰਧਾਨ ਬਣਾਇਆ ਜਾਂਦਾ ਕਿ ਤੂੰ ਬਈ ਬੜਾ ਸਿਆਣਾ ਹੈ, ਤੇਰੀ ਪਹੁੰਚ ਬੜੀ ਦੂਰ ਤੱਕ ਹੈ, ਇਸ ਕਰਕੇ ਤੂੰ ਇੱਥੋਂ ਦਾ ਆਇਆ ਪ੍ਰਧਾਨ ਬਣ, ਤੂੰ ਸੈਕਟਰੀ ਬਣ, ਤੂੰ ਖਜ਼ਾਨਚੀ ਬਣ। ਤੁਹਾਡਾ ਅੰਮ੍ਰਿਤ ਛਕਿਆ ਹੋਇਆ, ਸਾਡਾ ਅੰਮ੍ਰਿਤ ਤਾਂ ਨਹੀਂ ਛਕਿਆ, ਪੀਣ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਕਥਾ 'ਚ ਨਾ ਇਹ ਗੱਲਾਂ ਕਿਹੋ, ਕਥਾ ਵਿੱਚ ਨਾ ਰੋਕਿਓ ਮੀਟ ਸ਼ਰਾਬ ਤੋਂ, ਕਿਉਂ ਅਸੀਂ ਤਾਂ ਖਾਣਾ ਪੀਣਾ ਹੁੰਦਾ। ਇਹੋ ਜਿਹੇ ਲੋਕ ਮਹਾਰਾਜ ਕਹਿੰਦੇ ਧਰਮ ਮੂਹਰੇ ਲਿਆਂਦੇ ਹੋਏ ਨੇ, ਜਿਹੜੇ ਕਾਮੀ ਲੋਕ ਨੇ। ਉਹਨਾਂ ਨੂੰ ਸੱਦ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ, ਬਹਿ ਬਹਿ ਕਰੇ ਵਿਚਾਰ, ਬਹਿ ਕੇ ਵਿਚਾਰ ਕੀਤੀ ਜਾਂਦੀ ਹੈ ਉਹਨਾਂ ਨਾਲ ਵੀ ਆਪਾਂ ਕਿਵੇਂ ਪ੍ਰਬੰਧ ਚਲਾਉਣਾ, ਧਰਮ ਨੂੰ ਕਿਵੇਂ ਉੱਪਰੋਂ ਉਭਾਰਨਾ ਹੈ। ਅੰਧੀ ਰਈਅਤ ਗਿਆਨ ਵਿਹੂਣੀ। ਇਹਨਾਂ ਦੀ ਜਿਹੜੀ ਰਈਅਤ ਪਰਜਾ ਹੈ ਉਹ ਅੰਨੀ ਹੋ ਚੁੱਕੀ, ਗਿਆਨ ਤੋਂ ਵਿਹੂਣੀ। ਗਿਆਨ ਤੋਂ ਖਾਲੀ ਲੋਕ ਪਰਜਾ ਬਣ ਗਏ ਇਹਨਾਂ ਦੇ। ਤੇ ਜਿਹੜੇ ਗਿਆਨ ਵਾਲੇ ਸੀ ਉਹ ਕਿੱਧਰ ਗਏ? ਕਹਿੰਦੇ ਗਿਆਨ ਵਾਲੇ ਡਰਦੇ ਪਿੱਛੇ ਹੋ ਗਏ। ਕਹਿੰਦੇ ਮੂਰਖਾਂ ਦੇ ਟੋਲੇ ਤੋਂ ਪਿੱਛੇ ਹੀ ਰਹੋ ਭਾਈ, ਇਹ ਤਾਂ ਸਾਰੇ ਜਾਣੇ ਇਕੱਠੇ ਹੋ ਗਏ, ਖਾਣ ਦਾ ਲੱਭ ਇਹਨਾਂ ਦੇ ਅੰਦਰ ਹੈ, ਇਹ ਤਾਂ ਹੋਰ ਹੀ ਪਾਸੇ ਨੂੰ ਵਰਤ ਰਹੇ ਗੁਰੂ ਘਰ ਦੇ ਪੈਸੇ। ਪਾਪ ਕਰਨ ਨੂੰ ਵਰਤੀ ਜਾਂਦੇ ਨੇ, ਖਾਣ ਪੀਣ ਨੂੰ ਵਰਤੀ ਜਾਂਦੇ ਨੇ, ਕਾਮੀ ਕੰਮਾਂ ਲਈ ਵਰਤੀ ਜਾਂਦੇ ਨੇ। ਇਹਨਾਂ ਦੀ ਜਿਹੜੀ ਪਰਜਾ ਸੀ, ਗੁਰੂ ਦੀ ਪਰਜਾ ਨਹੀਂ, ਉਹ ਇਹਨਾਂ ਦੀ ਪਰਜਾ ਅੰਧੀ ਰਈਅਤ ਗਿਆਨ ਵਿਹੂਣੀ। ਗਿਆਨ ਤੋਂ ਖਾਲੀ ਲੋਕ, ਜਿਹੜੇ ਸਿਰਫ ਤ੍ਰਿਸ਼ਨਾ ਦੀ ਅੱਗ ਵਿੱਚ ਬਲਦੇ ਹੋਏ ਮੁਰਦੇ ਨੇ। ਭਾਹੇ ਭਰੇ ਮੁਰਦਾਰ। ਭਾਹੇ ਹੁੰਦੀ ਅੱਗ, ਤ੍ਰਿਸ਼ਨਾ ਦੀ ਅੱਗ ਦੇ ਭਰੇ ਹੋਏ ਮੁਰਦਾਰ ਲੋਕ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਹੈ। ਕਿਤੇ ਤਾਂ ਖੜ ਜਾ, ਬਥੇਰੇ ਹੋ ਗਏ ਹੁਣ, ਲੱਖ 2 ਲੱਖ 50 ਲੱਖ ਕਰੋੜ ਹੋ ਗਿਆ ਹੁਣ, ਇੰਨੇ ਥਾਂ ਬਣ ਗਿਆ, ਇੰਨਾ ਕੁਝ ਰੁਕਣ ਦਾ ਨਾਂ ਹੀ ਨਹੀਂ ਲੈਂਦੇ। ਇੰਨੀ ਤ੍ਰਿਸ਼ਨਾ ਦੀ ਅੱਗ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ। ਮਹਾਰਾਜ ਕਹਿੰਦੇ ਇਹਨੂੰ ਸੰਸਕਾਰ ਕਰਨ ਦੀ ਲੋੜ ਹੀ ਨਹੀਂ। ਕਿਉਂ? ਕਿਉਂਕਿ ਇਹ ਤਾਂ ਤ੍ਰਿਸ਼ਨਾ ਦੀ ਅੱਗ ਨੇ ਹੀ ਸੰਸਕਾਰ ਕਰ ਦਿੱਤਾ। ਇਹ ਤਾਂ ਮੁਰਦਾਰ ਜਿਉਂਦਾ ਹੀ ਬਣ ਗਿਆ, ਇਹ ਤਾਂ ਤੁਰਿਆ ਮੁਰਦਾ ਤੁਰਿਆ ਫਿਰਦਾ। ਗਿਆਨੀ ਨੱਚ ਹੈ। ਜਿਹੜੇ ਪੁਰਸ਼ਾਂ ਨੂੰ ਕਹਿੰਦੇ ਸੀ ਬੜਾ ਗਿਆਨਵਾਨ ਹੈ, ਬੜਾ ਸਿਆਣਾ ਹੈ, ਉਹ ਹੁਣ ਨੱਚਦੇ ਫਿਰਦੇ ਨੇ, ਉਹ ਦੂਜੇ ਪਾਸੇ ਨੂੰ ਚਲੇ ਗਏ ਨੇ। ਉਹ ਤਰ੍ਹਾਂ ਤਰ੍ਹਾਂ ਦੇ ਨਾਚ ਕਰਦੇ ਨੇ ਮਾਇਆ ਲਈ। ਵਾਜੇ ਵਾਹ ਹੈ, ਵਾਜੇ ਵਜਾਉਂਦੇ ਨੇ, ਹੋਰ ਤਰ੍ਹਾਂ ਦੇ ਵਾਜੇ, ਹਾਰਮੋਨੀਅਮ ਨਹੀਂ ਵਜਾਉਂਦੇ, ਉਹ ਹੋਰ ਤਰ੍ਹਾਂ ਦੇ ਵਾਜੇ ਵਜਾਉਂਦੇ ਨੇ।
ਤਰ੍ਹਾਂ ਤਰ੍ਹਾਂ ਦੇ ਅਲਾਪ ਲਾਉਂਦੇ ਨੇ, ਘਰਾਂ ਘਰਾਂ 'ਚ ਜਾ ਕੇ ਨੱਚਦੇ ਨੇ। ਅਗਿਆਨੀ, ਇਹ ਜਿਹੜੇ ਗਿਆਨੀ ਲੋਕ ਨੇ ਇਹੀ ਅਗਿਆਨਤਾ ਧਾਰਨ ਕਰ ਗਏ। ਬਾਹਰ ਦਾ ਗਿਆਨ ਹੈ, ਅੰਦਰਲਾ ਗਿਆਨ ਨਹੀਂ ਇਹਨਾਂ ਪਾਸ। ਰੂਪ ਕਰਹਿ ਸ਼ਿੰਗਾਰ ਬਣਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਰੂਪ ਬਣਾਉਂਦੇ ਨੇ ਆਪਣੇ, ਕਿਉਂਕਿ ਬੜੇ ਗਿਆਨਵਾਨ ਜੋ ਕਹਾਉਂਦੇ ਨੇ ਆਪਣੇ ਆਪ ਨੂੰ। ਬਾਹਰੀ ਗਿਆਨ ਹੈ ਜਿਨ੍ਹਾਂ ਦੇ ਪਾਸ। ਉੱਚੇ ਕੂਕਹਿ ਵਾਦਾ ਗਾਵਹਿ, ਕਹਿੰਦੇ ਉੱਚੀ ਉੱਚੀ ਕੂਕਦੇ ਨੇ, ਕੂਕ ਪੁਕਾਰ ਕਰਕੇ ਵਾਦਾ ਹੁੰਦੀ, ਲੜਾਈ ਝਗੜੇ ਗਾਉਂਦੇ ਨੇ। ਪੁਰਾਣੇ ਸਮਿਆਂ ਦੇ ਲੜਾਈ ਝਗੜਿਆਂ ਨੂੰ ਗਾਉਂਦੇ। ਯੋਧਾ ਕਾ ਵਿਚਾਰ, ਯੋਧਿਆਂ ਦੀ ਵਿਚਾਰ ਗਾਉਂਦੇ ਨੇ। ਫਲਾਨਾ ਇਸ ਤਰ੍ਹਾਂ ਲੜਿਆ, ਫਲਾਣੇ ਨੇ ਇਸ ਤਰ੍ਹਾਂ ਝਗੜਾ ਕੀਤਾ, ਫਲਾਨਾ ਇਸ ਤਰ੍ਹਾਂ ਕਰਦਾ ਹੈ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਮਹਾਰਾਜ ਕਹਿੰਦੇ ਨੇ ਪੰਡਿਤ ਸੀ, ਸਿਆਣੇ ਅੱਛੇ ਵਿਦਵਾਨ ਲੋਕ ਸੀ, ਉਹ ਮੂਰਖ ਵਿੱਚ ਤਬਦੀਲ ਹੋ ਗਏ। ਪੜਿਆ ਮੂਰਖ ਆਖੀਆ ਜਿਸ ਲਬ ਲੋਭ ਅਹੰਕਾਰਾ। ਮਹਾਰਾਜ ਇਹ ਮੂਰਖ ਕਿਉਂ ਬਣ ਗਏ? ਸਤਿਗੁਰੂ ਕਹਿੰਦੇ ਨੇ ਅੱਗੇ ਸੀ ਵੀ ਪੰਡਿਤ ਹੁੰਦਾ ਸੀ, ਉਹ ਧਾਰਮਿਕ ਕੰਮ ਕਰਦਾ, ਲੋਕਾਂ ਨੂੰ ਸਮਝਾਉਂਦਾ, ਆਪ ਚੰਗੇ ਰਾਹ ਚੱਲਦਾ, ਦੂਜੇ ਨੂੰ ਚਲਾਉਂਦਾ, ਆਪ ਜਪਦਾ ਨਾਮ, ਦੂਜੇ ਨੂੰ ਜਪਾਉਂਦਾ ਨਾਮ। ਇਹਨਾਂ ਦਾ ਜਿਹੜੇ ਹੁਣ ਦੇ ਮੂਰਖ ਪੰਡਿਤ ਨੇ, ਇਹਨਾਂ ਦੇ ਅੱਗੇ ਮੂਰਖ ਲੱਗ ਗਿਆ। ਮੂਰਖ ਪੰਡਿਤ, ਮੂਰਖ ਰਾਵਣ ਕਿਆ ਲੈ ਗਿਆ, ਉਹ ਵੀ ਪੰਡਿਤ ਹੀ ਸੀ, ਬ੍ਰਾਹਮਣ ਸੀ, 4 ਵੇਦਾਂ ਦਾ ਟੀਕਾਕਾਰ ਸੀ। ਇੱਥੇ ਵੀ ਕਹਿੰਦੇ ਮੂਰਖ ਪੰਡਿਤ, ਕਹਿੰਦੇ ਕਾਹਦੇ ਨਾਲ ਕਰਦੇ ਨੇ ਪਿਆਰ? ਕਹਿੰਦੇ ਸੰਜੈ ਕਰਹਿ ਪਿਆਰ। ਸੰਚਨਾ, ਇਕੱਤਰ ਕਰਨੀ ਮਾਇਆ, ਮਾਇਆ ਨੂੰ ਇਕੱਠੀ ਕਰਨ ਵਿੱਚ ਪਿਆਰ ਕਰਦੇ ਨੇ। ਤੇ ਕੀ ਕਰਦੇ ਨੇ? ਕਹਿੰਦੇ ਹਿਕਮਤ ਤੇ ਹੁਜਤ। ਹਿਕਮਤ ਸਿਆਣਪ ਕਰਨੀ, ਹੁਜਤ ਹੁੰਦੀਆਂ ਦਲੀਲਾਂ ਚਤਰਾਈਆਂ ਨਾਲ, ਇੱਧਰ ਉੱਧਰਲੀਆਂ ਗੱਲਾਂ ਬਾਤਾਂ ਕਰਕੇ ਜਿੱਤਣਾ ਦੂਸਰੇ ਨੂੰ, ਗੱਲਾਂ ਸੁਣਾਉਣੀਆਂ ਇੱਧਰੋਂ ਉੱਧਰੋਂ ਕੱਢ ਕੇ, ਹੁਜਤਾਂ ਕਰਨੀਆਂ, ਚਲਾਕੀਆਂ ਵਾਲੀਆਂ ਗੱਲਾਂ ਕਰਨੀਆਂ। ਉਹ ਕਾਹਦੇ ਲਈ ਕਰਦੇ ਨੇ? ਕਹਿੰਦੇ ਮਾਇਆ ਨੂੰ ਇਕੱਤਰ ਕਰਨ ਲਈ ਹੀ ਜ਼ੋਰ ਲੱਗਿਆ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਮੂਰਖ ਪੰਡਿਤ ਕਿਹਾ ਹੈ। ਫਿਰ ਕਲਯੁਗ ਦੇ ਸਮੇਂ ਵਿੱਚ ਜਿਹੜੇ ਧਰਮੀ ਨਜ਼ਰ ਆਉਂਦੇ ਨੇ, ਧਰਮੀ ਧਰਮ ਕਰਹਿ ਗਾਵਾ ਵਹਿ, ਕਹਿੰਦੇ ਧਰਮੀ ਲੋਕ, ਧਰਮਾਤਮਾ ਲੋਕ, ਧਰਮੀ ਪੁਰਸ਼ ਜਿੰਨੇ ਵੀ ਨੇ, ਇਹ ਧਰਮ ਕਰਹਿ, ਆਪ ਧਰਮ ਕਰਦੇ ਨਹੀਂ, ਧਰਮ ਦਾ ਸਿਰਫ ਉਪਦੇਸ਼ ਕਰਦੇ ਨੇ ਕਿ ਇਸ ਤਰ੍ਹਾਂ ਧਰਮ ਕਮਾਓ, ਇਸ ਤਰ੍ਹਾਂ ਧਰਮ ਕਮਾਓ। ਕਿਤਾਬਾਂ ਛਾਪ ਦਿੱਤੀਆਂ, ਲੋਕਾਂ 'ਚ ਵੰਡ ਦਿੱਤੀਆਂ, ਪ੍ਰਚਾਰ ਕਰ ਦਿੱਤਾ ਬਈ ਇਸ ਤਰ੍ਹਾਂ ਆਪਾਂ ਧਰਮ ਕਮਾਉਣਾ। ਬਈ ਕਹਿੰਦੇ ਇਸ ਤਰ੍ਹਾਂ ਤੁਸੀਂ ਧਰਮ ਕਮਾਓ ਬਈ। ਤੇ ਫਿਰ ਧਰਮੀ ਧਰਮ ਕਰਹਿ ਗਾ ਵਾਵਹਿ, ਗਵਾ ਲੈਂਦੇ ਨੇ ਉਹਨੂੰ, ਧਰਮ ਨੂੰ ਕਰਕੇ। ਆਪਣੇ ਧਰਮ ਨੂੰ ਕਿਵੇਂ ਗਵਾ ਲੈਂਦੇ ਨੇ? ਕਹਿੰਦੇ ਮੇਰਾ ਜਸ ਕਰੋ, ਆਪਣਾ ਜਸ ਕਰਵਾਉਂਦੇ ਨੇ, ਮੈਂ ਬੜਾ ਧਰਮੀ ਪੁਰਸ਼ ਹਾਂ। ਇਸ ਤਰ੍ਹਾਂ ਉਹ ਆਪਣੇ ਧਰਮ ਨੂੰ ਕਰਕੇ ਗਵਾ ਲੈਂਦੇ ਨੇ, ਕਿਉਂਕਿ ਮਾੜੀ ਜੀ ਸੇਵਾ ਕੀਤੀ, ਮੇਰਾ ਨਾਂ ਲਿਖੋ। ਕਦੇ 5 ਸਿੰਘਾਂ ਨੂੰ ਰੋਟੀ ਖਵਾਉਣੀ ਪੈ ਗਈ, ਨਿਸ਼ਕਾਮ ਹੋ ਕੇ ਨਹੀਂ ਖਵਾਉਂਦਾ, ਉੱਥੇ ਹੀ ਮੰਗ ਲੈਂਦਾ, ਲਿਸਟ ਰੱਖਣ ਦਾ ਵੱਡੀ ਸਾਰੀ, ਆਹ ਚੀਜ਼ਾਂ ਦੀ ਅਰਦਾਸ ਕਰ ਦਿਓ। ਉਹ ਧਰਮੀ ਧਰਮ ਕਰਹਿ ਗਾਵਾਵ ਹੈ, ਉੱਥੇ ਹੀ ਖਤਮ ਕਰਾਣਾ। 2-4 ਦਿਨ ਰੁਕਦਾ ਜਾਂਦਾ, ਇੱਕ ਅੱਧੀ ਵਾਰ ਨਿਸ਼ਕਾਮ ਹੋ ਕੇ ਵੀ ਰੋਟੀ ਖਵਾ ਦੇ। ਕਹਿੰਦਾ ਨਾ ਜੀ, ਜਿੰਨੀ ਹੁਣੇ ਰੋਟੀ ਖਵਾਈ ਓਨਾ ਹੀ ਕੱਢੂੰਗਾ ਵਿੱਚੋਂ, ਤੁਹਾਡੇ ਓਨੀਆਂ ਅਰਦਾਸਾਂ ਕਰਾਊਂਗਾ। ਮਹਾਰਾਜ ਕਹਿੰਦੇ ਨਿਸ਼ਕਾਮ ਨਹੀਂ ਹੋਇਆ। ਧਰਮੀ ਧਰਮ ਕਰਹਿ ਗੱਗੇ ਕੰਨਾ ਵਾਵੇ ਕੰਨਾ, ਵਾਹ ਵਾਹ ਮੁਕਤਾ ਹਾਹੇ ਸਿਹਾਰੀ ਗਾ ਵਾਹ ਵਹਿ। ਇਹ ਬੜਾ ਜ਼ਰੂਰੀ ਅੱਖਰ ਹੈ, ਨਹੀਂ ਤਾਂ ਆਪਣੇ ਬੋਲਣ ਵਿੱਚ ਆਉਣਾ ਧਰਮੀ ਧਰਮ ਕਰੈ ਗਵਾ ਵਹਿ, ਮੰਗੈ ਮੋਖ ਦੁਆਰ। ਗੱਗੇ ਦਾ ਕੰਨਾ ਛੱਡ ਗਏ, ਗਾ ਵਾਹ ਵਹਿ। ਪਿੱਛੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਿਆ ਸੀ, ਆਪ ਗਾਵਾਏ। ਸੋ ਆਪ ਮਹਾਰਾਜ ਕਹਿੰਦੇ ਜਿਸ ਨੂੰ ਆਪ ਨਾਉ ਗਵਾਉਂਦਾ ਹੈ, ਕੀਰਤਨ ਕਰਾਉਂਦਾ ਹੈ, ਉਹੀ ਕਰਦਾ। ਸੋ ਹਰ ਗੁਣ ਗਾਓ।
पर इत्थे गावाव है, गवाउण दा वाचक है। धर्मी धर्म करहै गावाव है, मंगै मोख द्वार। हुण मंगदा मुक्ति दा दरवाजा। धर्मी अपना धर्म करके लोकां विच प्रचार करके भी मैं इन्ना धार्मिक व्यक्ति हाँ, फिर कहना मैनूं मुक्ति मिले। महाराज कहने मुक्ति कादी? ਉਹ ਜਿਹੜੇ ਚੰਗੇ ਕੰਮ ਕੀਤੇ ਸੀ ਉਹਨਾਂ ਬਦਲੇ ਤਾਂ ਤੂੰ ਦੁਨੀਆ ਅੰਦਰ ਵਡਿਆਈ ਲੈ ਲਈ ਹੈ, ਲੋਕਾਂ ਵਿੱਚ ਬੱਲੇ ਬੱਲੇ ਖੱਟ ਲਈ ਹੈ। ਜਤੀ ਸਦਾਵ ਹੈ ਜੁਗਤ ਨਾ ਜਾਣ ਹੈ। ਆਪਣੇ ਆਪ ਨੂੰ ਜਤੀ ਸਤੀ ਸਦਾਉਂਦੇ ਨੇ, ਉਹ ਜੁਗਤੀ ਦਾ ਪਤਾ ਨਹੀਂ, ਬਸ ਜੁਗਤੀ ਦਾ ਗਿਆਨ ਨਹੀਂ ਹੈ। ਹੁਣ ਕੀ ਇਹਦੀ ਵਿਆਖਿਆ ਕਰੇ ਬੰਦਾ ਵੀ ਜਤੀ ਸਦਾਉਂਦੇ ਨੇ ਤੇ ਜੁਗਤ ਨਹੀਂ ਜਾਣਦੇ। ਆਪਣੇ ਆਪ ਨੂੰ ਉੱਪਰੋਂ ਉੱਪਰੋਂ ਕਹਿਣਾ ਮੈਂ ਜਤੀ ਸਤੀ ਹਾਂ, ਪਰ ਉਹਨੂੰ ਇਹ ਜੁਗਤੀ ਕੀ ਹੈ, ਜਾਤ ਹੁੰਦਾ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਮਹਾਰਾਜ ਨੇ ਲਿਖ ਦਿੱਤਾ, ਪਾਰਤਰਿਆ ਰੂਪ ਨਾ ਪੇਖਿਆ ਨੇਤਰੇ ਜਾਤ ਹੈ। ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। 10वें पातशाह महाराज ने कह दिता बचन। महाराज कहने ने निज नारी के साथ नेहो तुम नित बढ़ाई हो, पर नारी की सेज भूल सुपने हूं ना जई हो। उथे पर नारी अखर है, गुरबाणी विच भी पर नारी अखर है, पर मर्यादा च की लिखिया कि सिर्फ तुर्क मत दियां इस्त्रियां जिहड़ियां ने उन्हां नाल विचार नहीं करना। इदों गां गल ही कट दी सारी। जति सदाव है पर जुगत न जाना है। पर सतगुरु तो कहते हैं देख पराइयां चंगियां मावां भैणां धीआं जाना है। इसे करके इन्हां लोकां नूं जुगती नहीं है, ये एवें उपरला पखंड है कि मैं जति सती हाँ। सो इस करके ਇਹਦਾ ਉਹ ਪੁੱਠੀ ਗੱਲ ਲੋਕਾਂ ਦੀ ਵੀ ਆਪਣੇ ਆਪ ਨੂੰ ਕਹਿੰਦਾ ਦੇਖੋ ਜੀ ਆਪਾਂ ਨਸ਼ਾ ਕੋਈ ਨਹੀਂ ਕਰਦੇ, ਕੋਈ ਨਸ਼ਾ ਨਹੀਂ ਕਰਦੇ, ਬਸ ਅਸੀਂ ਤਾਂ ਆਪਣੀ ਘਰੇ ਬਣਾ ਕੇ ਪੀ ਲੈਂਦੇ ਆ, ਨਸ਼ਾ ਕੋਈ ਨਹੀਂ ਕਰਦੇ। ਇਹ ਤੇ ਫਿਰ ਉਹੀ ਗੱਲ ਹੋ ਗਈ। ਇਹ ਜਤੀ ਸਦਾਉਣ ਦੀ ਜੁਗਤੀ ਸਾਰੇ ਕਹਿੰਦੇ ਮੈਂ ਜਤੀ ਹਾਂ, ਪਰ ਮਹਾਰਾਜ ਕਹਿੰਦੇ ਇਹਨਾਂ ਨੂੰ ਜੁਗਤੀ ਦਾ ਗਿਆਨ ਹੀ ਨਹੀਂ, ਜਤ ਹੁੰਦਾ ਕੀ। ਜਤ ਰੱਖਣਾ ਤਾਂ ਬਹੁਤ ਵੱਡੀ ਗੱਲ ਹੈ, ਅੱਖਾਂ ਨਾਲ ਨਹੀਂ ਦੇਖਣਾ, ਗੱਲਾਂ ਨਹੀਂ ਕਰਨੀਆਂ, ਹੱਸਣਾ ਨਹੀਂ ਉਹਨਾਂ ਨਾਲ, ਕੋਲ ਨਹੀਂ ਖੜਨਾ। ਬਹੁਤ ਸਾਰੀਆਂ 8 ਪ੍ਰਕਾਰ ਦਾ ਜਤ ਹੈ ਜਿਹਨੂੰ ਰੱਖਣਾ ਹੁੰਦਾ, ਪਰ ਮਹਾਰਾਜ ਕਹਿੰਦੇ ਜੁਗਤ ਨਾ ਜਾਣਾ ਹੈ। ਜਤੀ ਸਦਾਉਂਦੇ ਨੇ ਛੱਡ ਬਹਿ ਹੈ ਘਰ ਬਾਰ ਛੱਡ ਕੇ ਬਾਹਰ ਚਲੇ ਜਾਣਾ ਜੰਗਲਾਂ 'ਚ ਕਿ ਮੈਂ ਜਤੀ ਸਤੀ ਹਾਂ, ਮੈਂ ਬਾਲ ਬੱਚੇ ਛੱਡ ਆਇਆ ਹਾਂ, ਘਰ ਆਇਆ ਆਪਣਾ, ਹੁਣ ਅਸੀਂ ਕਿਤੇ ਨਹੀਂ ਦੇਖਾਂਗੇ, ਅਸੀਂ ਜਤ ਸਤ ਰੱਖਾਂਗੇ। ਪਰ ਜਿਉਂ ਹੀ ਕੋਈ ਐਸਾ ਕਰਮ ਬਣ ਗਿਆ ਉੱਥੇ ਹੀ ਕੁਕਰਮ ਕਰ ਦਿੱਤਾ।